ਬੇਅੰਤ ਕੌਰ ਅਤੇ ਲਵਪ੍ਰੀਤ ਮਾਮਲੇ ਦੇ ਵਿੱਚ ਲਵਪ੍ਰੀਤ ਦਾ ਕਸੂਰ ਸ਼ਾਇਦ ਇੰਨਾ ਹੀ ਸੀ ਕਿ ਉਸਨੇ ਸੱਚੇ ਦਿਲੋਂ ਪਿਆਰ ਕੀਤਾ ਸੀ ਬੇਅੰਤ ਕੌਰ ਨੂੰ। ਵਿਆਹ ਕਰਵਾਇਆ ਗਿਆ ਸੀ, ਬਕਾਇਦਾ ਪੂਰੇ ਰਸਮੋ ਰਿਵਾਜ ਨਿਭਾਏ ਗਏ ਸਨ ਅਤੇ ਆਪਣੇ ਘਰ ਲਿਆਂਦਾ ਸੀ ਜਦੋਂ ਲਵਪ੍ਰੀਤ ਨੇ ਬੇਅੰਤ ਕੌਰ ਨੂੰ, ਤਾਂ ਇਹ ਗੱਲ ਸਾਫ਼ ਹੋ ਗਈ ਸੀ ਕਿ ਜੇਕਰ ਉਹ ਬਾਹਰ ਨਹੀਂ ਵੀ ਜਾਏਗੀ ਇਸ ਤੋਂ ਬਾਅਦ, ਅਤੇ ਜਦੋਂ ਕਿਹਾ ਗਿਆ ਸੀ ਕਿ ਉਹ ਵਿਦੇਸ਼ ਤੋਂ ਵਾਪਸ ਆ ਜਾਵੇ, ਪੰਜਾਬ ਦੇ ਵਿੱਚ ਰਹਿ ਕੇ ਦੋਨੋਂ ਜੀ ਆਪਣਾ ਘਰ ਦਾ ਗੁਜ਼ਾਰਾ ਕਰ ਲੈਣਗੇ, ਤਾਂ ਇਹਨਾਂ ਗੱਲਾਂ ਤੋਂ ਸਾਬਿਤ ਹੁੰਦਾ ਹੈ ਕਿ ਲਵਪ੍ਰੀਤ ਬੇਅੰਤ ਕੌਰ ਨੂੰ ਬੇਹੱਦ ਜ਼ਿਆਦਾ ਪਿਆਰ ਕਰਦਾ ਸੀ। ਪਰ ਇਸ ਮਾਮਲੇ ਦੇ ਵਿੱਚ ਲਗਾਤਾਰ ਉਹ ਪਰੇਸ਼ਾਨ ਰਹਿ ਰਿਹਾ ਸੀ, ਜਿਸ ਕਰਕੇ ਉਸਨੇ ਆਪਣੀ ਜਾਨ ਗਵਾ ਦਿੱਤੀ। ਫਿਲਹਾਲ ਇਸ ਮਾਮਲੇ ਦੇ ਵਿੱਚ ਕੁਝ ਗੱਲਾਂ ਅਣਛੂਹੀਆਂ ਵੀ ਰਹਿ ਰਹੀਆਂ ਨੇ, ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਪਰਚਾ ਤਾਂ ਦਰਜ ਹੋ ਗਿਆ, ਪਰ ਅਦਾਲਤੀ ਕਾਰਵਾਈ ਕਦੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਬੇਅੰਤ ਕੌਰ ਦੇ ਡੈਪੂਟੇਸ਼ਨ ਨੂੰ ਲੈ ਕੇ ਕਿ ਡਿਪੋਰਟ ਕਦੋਂ ਹੋਵੇਗੀ ਬੇਅੰਤ ਕੌਰ, ਇਸ ਗੱਲ ਨੂੰ ਲੈ ਕੇ ਹਲੇ ਵੀ ਇਹ ਸਵਾਲ ਗੁੰਝਲਦਾਰ ਬਣਿਆ ਹੋਇਆ ਹੈ ਕਿ ਡਿਪੋਰਟ ਹੋਵੇਗੀ ਬੇਅੰਤ ਕੌਰ ਜਾਂ ਫਿਰ ਨਹੀਂ। ਹਾਲਾਂਕਿ ਦਾਅਵੇ ਜ਼ਰੂਰ ਕੀਤੇ ਜਾ ਰਹੇ ਨੇ, ਪਰ ਦੂਸਰੇ ਪਾਸੇ ਤੋਂ ਵੀ ਆਪਣੇ ਪੱਖ ਦੇ ਵਿੱਚ ਦਾਅਵੇ ਕਰਦੇ ਦਿਖਾਈ ਦਿੰਦੇ ਨੇ ਬੇਅੰਤ ਕੌਰ ਦੇ ਨਾਲ ਲੱਗਦੇ ਵਿਅਕਤੀ। ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਬੇਅੰਤ ਕੌਰ ਡਿਪੋਰਟ ਨਹੀਂ ਹੋ ਸਕਦੀ। ਇਹ ਮਾਮਲਾ ਆਖਿਰਕਾਰ ਕਿੱਥੇ ਤੱਕ ਪਹੁੰਚਿਆ? ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ, ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੰਬੀ ਚੌੜੀ ਪੁੱਛ ਪੜਤਾਲ ਤੋਂ ਬਾਅਦ ਹੀ 306 ਦਾ ਪਰਚਾ ਦਰਜ ਕੀਤਾ ਗਿਆ। ਪਰ ਆਖਿਰਕਾਰ ਕੀ ਕਾਰਨ ਹੈ ਕਿ ਬੇਅੰਤ ਕੌਰ ਦੇ ਮਾਪਿਆਂ ਦਾ ਨਾਮ ਇਸ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ? ਜਿਸ ਤਰ੍ਹਾਂ ਕਿ ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਾਂ-ਬਾਪ ਵੀ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਨੇ ਲਾਡੀ ਦੀ ਮੌਤ ਦੇ ਲਈ, ਕਿਉਂਕਿ ਉਹ ਬੇਅੰਤ ਕੌਰ ਦੇ ਨਾਲ ਹਮੇਸ਼ਾ ਖੜੇ ਸੀ। ਤੇ ਦੂਸਰੇ ਪਾਸੇ ਬੇਅੰਤ ਕੌਰ ਜਿੱਥੇ ਰਹਿ ਰਹੀ ਸੀ ਉੱਥੇ ਵੀ ਉਹਦੀਆਂ ਕੁਝ ਸਹੇਲੀਆਂ ਨੇ ਅਤੇ ਨਾਲ ਰਬਦੀਪ ਦਾ ਨਾਮ ਜਿਹੜਾ ਬਾਰ-ਬਾਰ ਸਾਹਮਣੇ ਆ ਰਿਹਾ, ਉਸ ਤੇ ਵੀ ਉਸੇ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਕਿ ਬੇਅੰਤ ਕੌਰ ਇਕੱਲੇ ਅਜਿਹਾ ਕੋਈ ਸਟੈਪ ਨਹੀਂ ਚੁੱਕ ਸਕਦੀ ਸੀ। ਦੂਸਰੇ ਪਾਸੇ ਲਵਪ੍ਰੀਤ ਦੀ ਕਮੀ ਰਬਦੀਪ ਦੇ ਵੱਲੋਂ ਪੂਰੀ ਕੀਤੀ ਜਾ ਰਹੀ ਸੀ, ਜਿਵੇਂ ਕਿ ਘਰਦਿਆਂ ਦੇ ਵੱਲੋਂ ਦੋਸ਼ ਲਗਾਏ ਗਏ। ਲਵਪ੍ਰੀਤ ਲਾਡੀ ਦੀ ਭੈਣਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਜਨੇਤਪੁਰ ਵਾਲਿਆਂ ਦੀ ਹੀ ਨੂੰਹ ਬਣ ਚੁੱਕੀ ਹੈ ਤੇ ਉਸਨੇ ਲਾਡੀ ਵਾਲਾ ਹੱਕ ਸਾਰਾ ਰਬਦੀਪ ਨੂੰ ਦਿੱਤਾ ਹੋਇਆ ਸੀ, ਜਿਸ ਕਰਕੇ ਉਸਨੂੰ ਲਵਪ੍ਰੀਤ ਦੀ ਕਦੇ ਯਾਦ ਹੀ ਨਹੀਂ ਆਈ। ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਾਡੀ ਦੇ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਬੇਅੰਤ ਕੌਰ ਦੇ ਪਰਿਵਾਰ ਸਮੇਤ 120(b) ਦੇ ਤਹਿਤ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਨੂੰ ਦਬਾਉਣ ਦੇ ਲਈ ਲੱਗਦਾ ਹੈ ਕਿ ਪੈਸੇ ਦਾ ਲੈਣ ਦੇਣ ਵੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਿਵੇਂ ਕਿ ਵਕੀਲਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 35 ਲੱਖ ਦਾ ਆਫਰ ਦਿੱਤਾ ਜਾ ਰਿਹਾ ਹੈ ਬੇਅੰਤ ਕੌਰ ਦੇ ਸਾਈਡ ਤੋਂ ਬੇਅੰਤ ਕੌਰ ਦੇ ਰਿਸ਼ਤੇਦਾਰ ਦੇ ਵੱਲੋਂ। ਤਾਂ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ। ਹੁਣ ਇਸ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਇਸਨੇ ਖੁਦਕੁਸ਼ੀ ਕੀਤੀ ਹੈ ਲਵਪ੍ਰੀਤ ਸਿੰਘ ਲਾਡੀ ਨੇ, ਅਤੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਜ਼ਾਹਿਰ ਹੈ ਕਿ ਪਰਚਾ ਇਸ ਦੇ ਆਧਾਰ ਤੇ ਕੀਤਾ ਗਿਆ ਹੋਣਾ ਹੈ, ਜਿਵੇਂ ਕਿ ਵਕੀਲਾਂ ਦੇ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ। ਪਰ ਦੂਸਰੇ ਪਾਸੇ ਬੇਅੰਤ ਕੌਰ ਦੇ ਹਮਾਇਤੀ ਨੇ, ਜਿਹੜੇ ਰਿਸ਼ਤੇਦਾਰ ਨੇ, ਉਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਕੋਈ ਪੋਸਟਮਾਰਟਮ ਰਿਪੋਰਟ ਆਈ ਹੀ ਨਹੀਂ। ਪਰ ਸਵਾਲ ਹਲੇ ਵੀ ਇੱਥੇ ਹੀ ਖੜਾ ਹੈ ਕਿ ਆਖਿਰਕਾਰ ਬੇਅੰਤ ਕੌਰ ਡਿਪੋਰਟ ਕਦੋਂ ਹੋਵੇਗੀ ਜਾਂ ਫਿਰ ਨਹੀਂ। ਇਸ ਨੂੰ ਲੈ ਕੇ ਵੀ ਹਲੇ ਦੋਚਿੱਤੀ ਕਾਇਮ ਹੈ। ਪੂਰੇ ਪਰਿਵਾਰ ਦੇ ਵੱਲੋਂ ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਨੇ ਜੀ ਤੋੜ ਮਿਹਨਤ ਕਰਕੇ ਪੈਸਾ ਲਿਆ ਅਤੇ ਪੈਸਾ ਕਮਾਉਣ ਤੋਂ ਬਾਅਦ ਆਪਣੀ ਜ਼ਮੀਨ ਗਹਿਣੇ ਰੱਖ ਦਿੱਤੀ। ਉਹ ਸਾਰਾ ਪੈਸਾ ਵੀ ਬੇਅੰਤ ਕੌਰ ਤੇ ਲਗਾਇਆ ਗਿਆ। ਤਕਰੀਬਨ 5 ਕਿੱਲੇ ਦੀ ਜ਼ਮੀਨ ਦੱਸੀ ਜਾਂਦੀ ਹੈ ਅਤੇ ਜਿਸ ਦਿਨ ਲਵਪ੍ਰੀਤ ਲਾਡੀ ਨੇ ਖੁਦਕੁਸ਼ੀ ਕੀਤੀ, ਉਹ ਘਰੋਂ ਮੋਟਰਸਾਈਕਲ ਲੈ ਕੇ ਗਿਆ ਸੀ ਅਤੇ ਖੇਤਾਂ ਦੇ ਵਿੱਚ ਜਾ ਕੇ ਬਾਰ-ਬਾਰ ਉਹ ਆਪਣੀ ਪਤਨੀ ਬੇਅੰਤ ਕੌਰ ਨੂੰ ਫੋਨ ਕਰਦਾ ਰਿਹਾ। ਉਸ ਦਿਨ ਉਸਨੇ ਆਪਣੇ ਕਜ਼ਨ ਨੂੰ ਵੀ ਫੋਨ ਕੀਤਾ, ਭੂਆ ਦੇ ਮੁੰਡੇ ਨੂੰ ਫੋਨ ਕੀਤਾ ਅਤੇ ਉਸ ਤੋਂ ਬਾਅਦ ਉਸ ਦੀ ਖੁਦਕੁਸ਼ੀ ਦੀ ਖਬਰ ਚਾਰੇ ਪਾਸੇ ਫੈਲ ਗਈ। ਪਿੰਡ ਦੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਉਸ ਦੀ ਲਾਸ਼ ਨੂੰ ਦੇਖ ਕੇ ਹਰ ਕੋਈ ਅਚੰਭਿਤ ਰਹਿ ਗਿਆ ਕਿ ਛੋਟੀ ਜਿਹੀ ਉਮਰ ਦੇ ਵਿੱਚ ਆਖਿਰਕਾਰ ਲਾਡੀ ਨੇ ਕਿਹੜਾ ਕਦਮ ਚੁੱਕ ਲਿਆ। ਇਸ ਤੋਂ ਬਾਅਦ ਇੰਤਜ਼ਾਰ ਹੋਣ ਲੱਗਿਆ ਪੋਸਟਮਾਰਟਮ ਰਿਪੋਰਟ ਦਾ। ਤਾਂ ਪੋਸਟਮਾਰਟਮ ਰਿਪੋਰਟ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਸਾਹਮਣੇ ਆ ਚੁੱਕੀ ਹੈ, ਜਿਸ ਦੇ ਵਿੱਚ ਇਹੀ ਲਿਖਿਆ ਹੋਇਆ ਹੈ ਕਿ ਜ਼ਹਿਰੀਲੀ ਦਵਾਈ ਪੀ ਕੇ ਲਵਪ੍ਰੀਤ ਸਿੰਘ ਲਾਡੀ ਨੇ ਖੁਦਕੁਸ਼ੀ ਕੀਤੀ ਹੈ। ਬਜ਼ੁਰਗ ਦਾਦੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ। ਲਵਪ੍ਰੀਤ ਲਾਡੀ ਦੀ ਦਾਦੀ ਨੇ
ਇਹ ਕਿਹਾ ਕਿ ਉਹਨਾਂ ਨੇ ਤਾਂ ਹਲੇ ਸੁੱਖਾਂ ਵੀ ਨਹੀਂ ਸੁੱਖੀਆਂ। ਮਾੜੀ ਕੁੜੀ ਨੇ ਲਵਪ੍ਰੀਤ ਨੂੰ ਖਾ ਲਿਆ। ਦਹੇਜ ਪਰਿਵਾਰ ਦੇ ਵੱਲੋਂ ਕੋਈ ਨਹੀਂ ਲਿੱਤਾ ਗਿਆ ਸੀ, ਕੋਈ ਵੀ ਖਰਚਾ ਕੁੜੀ ਵਾਲਿਆਂ ਦੇ ਵੱਲੋਂ ਨਹੀਂ ਕਰਵਾਇਆ ਗਿਆ ਸੀ। ਸਾਰਾ ਖਰਚਾ ਮੁੰਡੇ ਵਾਲਿਆਂ ਨੇ ਚੱਕਿਆ ਸੀ, ਭਾਵੇਂ ਉਹ ਚਾਹ ਪਿਲਾਉਣ ਤੱਕ ਦਾ ਹੀ ਕਿਉਂ ਨਾ ਹੋਵੇ, ਜਿਵੇਂ ਕਿ ਘਰਦਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ। ਪੱਲਿਓਂ ਸਭ ਕੁਝ ਲਗਾ ਕੇ ਉਹਨਾਂ ਨੇ ਆਪਣਾ ਸਭ ਕੁਝ ਗਵਾ ਦਿੱਤਾ। ਆਲੂਆਂ ਦੀ ਬਿਜਾਈ ਲਈ ਪਹੁੰਚਿਆ ਸ਼ਖਸੀਅਤਾਂ ਜਾਗਲ ਸਾਹਿਬ ਗੁਰਮੀਤ ਸਿੰਘ ਜੀ ਸਿੱਧੂ ਆਰਗੇਨਾਈਜ਼ਰ, ਇੰਨੇ ਕ ਗੱਟੀ ਆਲੂਆਂ ਦੇ ਨੇ ਜਿੰਨੇ ਕ ਛੋਟੇ ਫੁੱਫੜ ਜੀ, ਸੋਨਦੀਪ, ਟਿਟਸ, ਮਦਨ ਜੀ, ਅਮਰਤ ਸੰਘੇੜਾ, ਉਹ ਰਹਿ ਗਏ ਬਿਹਾਰੀ ਬਾਬੂ, ਮਦਨ ਲਾਲ ਕੇ। ਲਵਪ੍ਰੀਤ ਲਾਡੀ ਦੇ ਜਾਣ ਦੇ ਨਾਲ ਘਰ ਦੇ ਵਿੱਚੋਂ ਖੁਸ਼ੀਆਂ ਵੀ ਚਲੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ੀਆਂ ਦੀ ਉਮੀਦ ਵੀ ਖਤਮ ਹੋ ਚੁੱਕੀ ਹੈ। ਅਜਿਹੇ ਗਮਗੀਨ ਮਾਹੌਲ ਦੇ ਵਿੱਚ ਲਵਪ੍ਰੀਤ ਸਿੰਘ ਲਾਡੀ ਦੇ ਚਾਚਾ ਜੀ ਦੇ ਵੱਲੋਂ ਲਗਾਤਾਰ ਪਰਿਵਾਰ ਨੂੰ ਚੰਗਾ ਮਾਹੌਲ ਦੇਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਲਾਡੀ ਨੂੰ ਯਾਦ ਵੀ ਕੀਤਾ ਜਾਂਦਾ ਹੈ, ਉਸ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੇ ਇਹ ਦੁੱਖ ਭੁਲਾਇਆ ਨਹੀਂ ਭੁਲਾਇਆ ਜਾ ਰਿਹਾ। ਉਹਨਾਂ ਦੇ ਵੱਲੋਂ ਬਾਰ-ਬਾਰ ਸਾਹਮਣੇ ਆ ਕੇ ਇਹੀ ਕਿਹਾ ਜਾ ਰਿਹਾ ਹੈ ਕਿ ਹੁਣ ਇਹ ਲੜਾਈ ਸਿਰਫ ਲਵਪ੍ਰੀਤ ਲਾਡੀ ਦੀ ਨਹੀਂ ਰਹੀ, ਸਗੋਂ ਹਰ ਉਸ ਮੁੰਡੇ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਨਾਲ ਧੋਖਾ ਹੋਇਆ, ਜਿਸ ਦੀ ਵੀ ਪਤਨੀ ਉਸ ਨੂੰ ਧੋਖਾ ਦੇ ਕੇ ਗਈ ਜਾਂ ਫਿਰ ਜਿਸ ਦਾ ਵੀ ਪਤੀ ਉਸ ਨੂੰ ਧੋਖਾ ਦੇ ਕੇ ਗਿਆ। ਅਜਿਹੇ ਕਿੰਨੇ ਹੀ ਕੇਸ ਨੇ ਜਿਸ ਦੇ ਵਿੱਚ ਕੁੜੀਆਂ ਮੁੰਡੇ ਪੰਜਾਬ ਦੇ ਵਿੱਚ ਰੁਲ ਰਹੇ ਨੇ ਤੇ ਉਹਨਾਂ ਦੇ ਪਤੀ ਪਤਨੀ ਜਿਨ੍ਹਾਂ ਨੇ ਕਿ ਇਸ ਰਿਸ਼ਤੇ ਦੇ ਵਿੱਚ ਨਾਮ ਜ਼ਰੂਰ ਦਿੱਤਾ ਪਰ ਕੋਈ ਵੀ ਆਪਣੀ ਭੂਮਿਕਾ ਨਹੀਂ ਨਿਭਾਈ, ਆਪਣਾ ਕੋਈ ਵੀ ਫਰਜ਼ ਨਹੀਂ ਨਿਭਾਇਆ ਤੇ ਹੁਣ ਬਾਹਰ ਜਾ ਕੇ ਸਿਰਫ ਪੈਸੇ ਕਰਕੇ ਉਹ ਸਭ ਕੁਝ ਸ਼ਾਇਦ ਭੁੱਲੀ ਬੈਠੇ ਨੇ। ਉਮੀਦ ਹੈ ਕਿ ਅਜਿਹੇ ਕੇਸਾਂ ਨੂੰ ਠੱਲ ਪਵੇਗੀ। NRI ਵਿੰਗ ਦੇ ਕੋਲ ਸਾਰਾ ਮਾਮਲਾ ਪਹੁੰਚ ਚੁੱਕਿਆ, ਭਾਵੇਂ ਉਹ ਪੰਜਾਬ ਦਾ ਹੋਵੇ ਜਾਂ ਫਿਰ ਐਬਰੋਡ ਦਾ ਹੀ ਕਿਉਂ ਨਾ ਹੋਵੇ। ਉਹਨਾਂ ਸਾਰਿਆਂ ਦੇ ਕੋਲ ਅਜਿਹੇ ਜੇਕਰ ਦਸਤਾਵੇਜ਼ ਆਉਂਦੇ ਵੀ ਨੇ ਤਾਂ ਉਹ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਚੈੱਕ ਕਰਦੇ ਨੇ ਹੁਣ। ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਦੇ ਵੀ ਕੋਈ ਵੀ ਡਾਕੂਮੈਂਟ ਦੇ ਵਿੱਚ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ 'ਤੇ ਵੀ ਕੈਨੇਡਾ ਦੀ ਸਰਕਾਰ ਅਤੇ ਪੰਜਾਬ ਸਰਕਾਰ, ਭਾਰਤ ਸਰਕਾਰ ਹੁਣ ਸਖਤ ਨੋਟਿਸ ਲਵੇਗੀ। ਪੂਰੇ ਪਰਿਵਾਰ ਦੇ ਵੱਲੋਂ ਲਵਪ੍ਰੀਤ ਲਾਡੀ ਦੇ ਪਰਿਵਾਰਿਕ ਮੈਂਬਰਾਂ ਨੇ ਜੀ ਤੋੜ ਮਿਹਨਤ ਕਰਕੇ ਪੈਸਾ ਲਿਆ ਅਤੇ ਪੈਸਾ ਕਮਾਉਣ ਤੋਂ ਬਾਅਦ ਆਪਣੀ ਜ਼ਮੀਨ ਗਹਿਣੇ ਰੱਖ ਦਿੱਤੀ। ਉਹ ਸਾਰਾ ਪੈਸਾ ਵੀ ਬੇਅੰਤ ਕੌਰ ਤੇ ਲਗਾਇਆ ਗਿਆ। ਤਕਰੀਬਨ 5 ਕਿੱਲੇ ਦੀ ਜ਼ਮੀਨ ਦੱਸੀ ਜਾਂਦੀ ਹੈ ਅਤੇ ਜਿਸ ਦਿਨ ਲਵਪ੍ਰੀਤ ਲਾਡੀ ਨੇ ਖੁਦਕੁਸ਼ੀ ਕੀਤੀ ਉਹ ਘਰੋਂ ਮੋਟਰਸਾਈਕਲ ਲੈ ਕੇ ਗਿਆ ਸੀ ਅਤੇ ਖੇਤਾਂ ਦੇ ਵਿੱਚ ਜਾ ਕੇ ਬਾਰ-ਬਾਰ ਉਹ ਆਪਣੀ ਪਤਨੀ ਬੇਅੰਤ ਕੌਰ ਨੂੰ ਫੋਨ ਕਰਦਾ ਰਿਹਾ। ਉਸ ਦਿਨ ਉਸਨੇ ਆਪਣੇ ਕਜ਼ਨ ਨੂੰ ਵੀ ਫੋਨ ਕੀਤਾ, ਭੂਆ ਦੇ ਮੁੰਡੇ ਨੂੰ ਫੋਨ ਕੀਤਾ ਅਤੇ ਉਸ ਤੋਂ ਬਾਅਦ ਉਸ ਦੀ ਖੁਦਕੁਸ਼ੀ ਦੀ ਖਬਰ ਚਾਰੇ ਪਾਸੇ ਫੈਲ ਗਈ। ਪਿੰਡ ਦੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਉਸ ਦੀ ਲਾਸ਼ ਨੂੰ ਦੇਖ ਕੇ ਹਰ ਕੋਈ ਅਚੰਭਿਤ ਰਹਿ ਗਿਆ ਕਿ ਛੋਟੀ ਜਿਹੀ ਉਮਰ ਦੇ ਵਿੱਚ ਆਖਿਰਕਾਰ ਲਾਡੀ ਨੇ ਕਿਹੜਾ ਕਦਮ ਚੁੱਕ ਲਿਆ।